ਦੇ ਤਿਉਹਾਰ ਦੀਆਂ ਰੌਣਕਾਂ ਸਾਰੇ ਦੇਸ਼ ਵਿੱਚ ਵੇਖਣ ਨੂੰ ਮਿਲਦੀਆਂ ਨੇ। ਪਰ ਪਿਛਲੇ 1 ਸਾਲ ਤੋਂ ਕਰੋਨਾ ਮਹਾਮਾਰੀ ਦਾ ਅਸਰ ਸਾਡੇ ਤਿਉਹਾਰਾਂ ਤੇ ਵੀ ਵੇਖਣ ਨੂੰ ਮਿਲਿਆ, ਜਿਸ ਦੇ ਚੱਲਦਿਆਂ ਲੋਕਾਂ ਦੇ ਮਨਾਂ ਦੇ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਰੌਣਕਾਂ ਕੁਝ ਘਟ ਗਈਆਂ ਨੇ। ਤਾਂ ਹੋਰ ਕੀ ਅਸਰ ਵੇਖਣ ਨੂੰ ਮਿਲਿਆ ਦੀਵਾਲੀ ਦੇ ਤਿਉਹਾਰ ਤੇ, ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ। ਭਾਰਤ ਦੇਸ਼ ਵਿੱਚ ਤਿਉਹਾਰਾਂ ਦੀ ਬਹੁਤ ਮਹੱਤਤਾ ਹੈ, ਜਿੱਥੇ ਹਰ ਇੱਕ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਜਿਨ੍ਹਾਂ ਦੇ ਵਿੱਚੋਂ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੇਖਣ ਨੂੰ ਮਿਲਦੀਆਂ ਨੇ। ਦੀਵਾਲੀ ਦੇ ਤਿਉਹਾਰ ਦਾ ਉਤਸ਼ਾਹ ਇੰਨਾ ਜ਼ਿਆਦਾ ਹੁੰਦਾ ਹੈ ਕਿ ਲੋਕ ਕਈ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਵਿੱਚ ਜੁਟ ਜਾਂਦੇ ਨੇ। ਪਰ ਪਿਛਲੇ 2 ਸਾਲਾਂ ਤੋਂ ਕਰੋਨਾ ਮਹਾਮਾਰੀ ਦੇ ਆਉਣ ਨਾਲ ਇਸ ਦਾ ਅਸਰ ਤਿਉਹਾਰਾਂ ਤੇ ਵੀ ਦੇਖਣ ਨੂੰ ਮਿਲਿਆ। ਕਰੋਨਾ ਕਾਰਨ ਜਿੱਥੇ ਲੋਕ ਸਰੀਰਕ ਤੇ ਮਾਨਸਿਕ ਤੌਰ ਤੇ ਪ੍ਰਭਾਵਿਤ ਹੋਏ ਨੇ, ਉੱਥੇ ਹੀ ਆਰਥਿਕ ਪੱਖੋਂ ਵੀ ਇਸ ਦਾ ਡੂੰਘਾ ਅਸਰ ਵੇਖਣ ਨੂੰ ਮਿਲਿਆ। ਕਰੋਨਾ ਦੇ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਇਸ ਮਹਾਮਾਰੀ ਨੇ ਨਾ ਸਿਰਫ ਭਾਰਤ ਵਿੱਚ ਸਗੋਂ ਸਾਰੀ ਦੁਨੀਆ ਦੇ ਵਿੱਚ ਤਬਾਹੀ ਮਚਾਈ ਹੈ। ਹਾਲਾਂਕਿ ਇਸ ਸਾਲ ਕਰੋਨਾ ਦਾ ਪ੍ਰਭਾਵ ਕੁਝ ਘੱਟ ਵੇਖਣ ਨੂੰ ਮਿਲਿਆ, ਜਿਸ ਦੇ ਵਿੱਚ ਲੋਕਾਂ ਦੇ ਸਹਿਯੋਗ ਅਤੇ ਕਰੋਨਾ ਸਾਵਧਾਨੀਆਂ ਵਰਤਣ ਦੇ ਨਾਲ ਕਰੋਨਾ ਟੀਕਾਕਰਨ ਦੀ ਮਦਦ ਕਾਰਨ ਵੀ ਇਸ ਮਹਾਮਾਰੀ ਦਾ ਪ੍ਰਭਾਵ ਘਟਿਆ। ਪਰ ਗੱਲ ਇਹ ਹੈ ਕਿ ਕਰੋਨਾ ਦੇ ਕਾਰਨ ਲੋਕਡਾਊਨ ਦੇ ਚੱਲਦਿਆਂ ਜਿਹੜਾ ਆਰਥਿਕ ਨੁਕਸਾਨ ਲੋਕਾਂ ਨੂੰ ਹੋਇਆ ਹੈ, ਉਸ ਦਾ ਪ੍ਰਭਾਵ ਹਜੇ ਵੀ ਕਾਫੀ ਜ਼ਿਆਦਾ ਹੈ। ਸਰਕਾਰ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੇ ਆਦੇਸ਼ ਦੇ ਕੇ ਕਰੋਨਾ ਦੇ ਕਾਰਨ ਮੌਤ ਹੋਣ ਤੋਂ ਤਾਂ ਬਚਾ ਰੱਖਿਆ, ਪਰ ਲੋਕਡਾਊਨ ਦੇ ਕਾਰਨ ਲੋਕਾਂ ਨੂੰ ਆਰਥਿਕ ਤੰਗੀ ਤੋਂ ਮਰਨ ਲਈ ਮਜਬੂਰ ਛੱਡ ਦਿੱਤਾ। ਇਸ ਲਈ ਸਾਡੇ ਪੱਤਰਕਾਰਾਂ ਨੇ ਲੋਕਾਂ ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਹੈ। ਤਾਂ ਕਰੋਨਾ ਤੇ ਮਹਿੰਗਾਈ ਬਾਰੇ ਕੀ ਕਹਿਣਾ ਲੋਕਾਂ ਦਾ, ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ। ਦੇਸ਼ ਵਿੱਚ ਮਹਿੰਗਾਈ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਜਿਹੜੇ ਫੈਸਟੀਵਲ ਨੇ, ਤਿਉਹਾਰ ਨੇ, ਫਿੱਕੇ ਨਜ਼ਰ ਆਉਂਦੇ ਲੱਗ ਰਹੇ ਨੇ। ਜੇਕਰ ਕਰੀਏ ਦੀਵਾਲੀ ਦੀ, ਦੀਵਾਲੀ ਪਿਛਲੇ ਸਾਲ ਜਿਹੜੀ ਸੀਗੀ ਉਹ ਕਰੋਨਾ ਦੀ ਮਾਰ ਦੇ ਹੇਠ ਦਬ ਗਈ, ਤੇ ਐਤਕੀ ਜਿਹੜੀ ਹੈ ਮਹਿੰਗਾਈ ਦੀ। ਸਾਡੇ ਨਾਲ ਕੁਝ ਇੱਥੇ ਦੁਕਾਨਦਾਰ ਵੀ ਹੈਗੇ, ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਤੇ ਗਾਹਕ ਵੀ ਹੈਗੇ, ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਇਸ ਦੀਵਾਲੀ ਤੇ ਉਹ ਮਹਿੰਗਾਈ ਨੂੰ ਲੈ ਕੇ। ਸਾਡੇ ਨਾਲ ਕੁਝ ਲੋਕ ਹੈਗੇ ਆ। ਬਾਈ ਜੀ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਰਣਜੀਤ ਸਿੰਘ ਆ ਜੀ। ਰਣਜੀਤ ਸਿੰਘ ਜੀ, ਦੀਵਾਲੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਮਹਿੰਗਾਈ ਵੀ ਇੰਨੀ ਹੋਈ ਵੀ ਹੈ। ਦੇਖੋ ਜੀ, ਮਹਿੰਗਾਈ ਨੇ ਤਾਂ ਜੀ ਕਮਰ ਤੋੜਤੀ ਹੈ ਸਾਰਿਆਂ ਦੀ। ਠੀਕ ਆ ਜੀ, ਹਰ ਚੀਜ਼, ਮੈਂ ਹੁਣੀ ਮਿਠਾਈ ਦੀ ਦੁਕਾਨ ਤੋਂ ਹੀ ਆਇਆ, ਤੁਹਾਡੇ ਸਾਹਮਣੇ ਡੱਬੇ ਪਏ ਆ। ਠੀਕ ਹੈ, ਮਜਬੂਰੀ ਆ, ਲੈਣੇ ਪੈ ਰਹੇ ਆ, ਬਟ ਨਾ ਜੀ ਨਹੀਂ ਕਰਦਾ। ਮਹਿੰਗਾਈ ਇੰਨੀ ਆ, ਹਰ ਚੀਜ਼ ਮਹਿੰਗਾਈ ਹੋ ਗਈ ਆ। ਦੁਕਾਨਦਾਰ ਵੀ ਕੀ ਕਰੇ, ਉਹਨਾਂ ਨੂੰ ਪਿੱਛੋਂ ਸਮਾਨ ਮਹਿੰਗਾ ਮਿਲਦਾ ਪਿਆ ਵਾ, ਉਹਨਾਂ ਨੇ ਉਵੇਂ ਹੀ ਮਹਿੰਗਾ ਵੇਚਣਾ ਵਾ। ਸਾਡੇ ਵਰਗਿਆਂ ਨੂੰ ਲੈਣਾ ਪੈ ਰਿਹਾ ਵਾ। ਠੀਕ ਆ, ਫੈਸਟੀਵਲ ਹੈ, ਫੈਸਟੀਵਲ ਹੁਣ ਰਹਿ ਨਹੀਂ ਗਿਆ ਮੇਰੇ ਹਿਸਾਬ ਨਾਲ ਤਾਂ। ਬਸ ਹੁਣ ਤਾਂ ਬਸ ਟਾਈਮ ਪਾਸ ਰਹਿ ਗਿਆ ਵਾ ਜੀ। ਮੈਨੂੰ ਲੱਗਦਾ ਨਾ ਪੁਰਾਣਾ ਜ਼ਮਾਨਾ ਵਧੀਆ ਸੀਗਾ, ਜਦੋਂ ਲੋਕੀ ਗੁੜ ਵਗੈਰਾ ਦੇ ਦਿੰਦੇ ਸੀਗੇ ਤਾਂ ਵਧੀਆ ਰਹਿੰਦਾ ਸੀ। ਮੈਨੂੰ ਲੱਗਦਾ ਉਹ ਦੌਰ ਫਿਰ ਚੱਲ ਪਊਗਾ ਜਿਸ ਹਿਸਾਬ ਨਾਲ ਮਹਿੰਗਾਈ ਚੱਲ ਰਹੀ ਆ। ਠੀਕ ਹੈ ਜੀ, ਮੈਨੂੰ ਨਹੀਂ ਲੱਗਦਾ ਕਿ ਗਵਰਨਮੈਂਟ ਆਪਣਾ ਕੁਝ ਸੋਚ ਰਹੀ ਆ ਆਪਣੇ ਬਾਰੇ ਕਿ ਕਿਸੇ ਦਾ ਕੋਈ ਫਾਇਦਾ ਹੋਵੇ। ਇੱਕ ਤਾਂ ਲੋਕਡਾਊਨ ਦੇਖੋ, 2 ਸਾਲ ਲੋਕਡਾਊਨ ਰਿਹਾ ਜੀ। ਲੋਕਡਾਊਨ ਨੇ ਪੂਰਾ ਬਿਜ਼ਨਸ ਖਤਮ ਕਰਤਾ ਜੀ। ਇਕਨੋਮੀ ਆਪਣੀ ਜ਼ੀਰੋ ਰਹਿ ਗਈ ਹੈ। ਠੀਕ ਹੈ, ਕੁਛ ਵੀ ਨਹੀਂਗਾ। ਬੰਦਾ ਕੀ ਕਮਾਊਗਾ? ਕੀ ਆਪਾਂ ਚਲੋ ਠੀਕ ਹੈ, ਇੱਕ ਮਿਡਲ ਕਲਾਸ ਫੈਮਿਲੀ 'ਚੋਂ ਬਿਲੋਂਗ ਕਰਦੇ ਪਏ ਆ। ਜੇ ਛੋਟੇ ਮਜ਼ਦੂਰ ਆ, ਜਿਹੜੇ ਰਿਕਸ਼ਾ ਚਾਲਕ ਆ ਜਾਂ ਕੁਛ ਹੋਰ ਦਿਹਾੜੀਦਾਰ ਬੰਦੇ ਆ, ਉਹ ਕਿਵੇਂ ਸੈਲੀਬ੍ਰੇਟ ਕਰਨਗੇ? ਕੀ ਲੈ ਕੇ ਆਉਣਗੇ? ਦੂਜਾ, ਗਵਰਨਮੈਂਟ ਨੇ ਪਟਾਕੇ ਬੈਨ ਕਰਦੇ। ਚਲੋ ਠੀਕ ਹੈ, ਮੰਨ ਸਕਦੇ ਹਾਂ ਕਿ ਪੋਲਿਊਸ਼ਨ ਹੋ ਰਿਹਾ ਵਾ ਜਾਂ ਥੋੜ੍ਹੀ ਸਾਊਂਡ ਨੋਇਸ ਹੋ ਸਕਦੀ ਆ, ਕਈ ਲੋਕ ਬਜ਼ੁਰਗ ਹੈਗੇ, ਬਿਮਾਰ ਰਹਿੰਦੇ ਆ, ਮੰਨਿਆ। ਮਿਠਾਈ ਦਾ ਕੀ ਕਰਨਗੇ? ਗਵਰਨਮੈਂਟ ਉਹ ਵੀ ਬੈਨ ਲਾ ਦੂਗੀ। ਸਾਡੇ ਨਾਲ ਇਸ ਵਕਤ ਕੁਝ ਹੋਰ ਵੀ ਹੈਗੇ ਆ, ਦੁਕਾਨਦਾਰਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਮਹਿੰਗਾਈ ਨੂੰ ਲੈ ਕੇ। ਸਰ, ਸਭ ਤੋਂ ਪਹਿਲਾਂ ਤਾਂ ਇਹ ਕਿ 2000 ਜਿਹੜਾ ਪਿਛਲਾ ਸਾਲ ਲੰਘ ਕੇ ਗਿਆ ਹੈਗਾ ਮਹਿੰਗਾਈ ਦੇ, ਉਦੋਂ ਮਾਰ ਕਰ ਲਈ ਕਰੋਨਾ ਨੇ, ਪਰ ਹੁਣ ਮਹਿੰਗਾਈ ਦੀ ਮਾਰ ਪੈ ਰਹੀ ਜੀ। ਤੁਸੀਂ ਦੇਖੋ, ਜਿੱਥੋਂ ਤੱਕ ਨਿਗਾਹ ਜਾਂਦੀ ਹੈ ਬਾਜ਼ਾਰ 'ਚ, ਕਿਸੇ ਦੁਕਾਨ ਤੇ ਗਾਹਕ ਹੈਗਾ, ਤੁਸੀਂ ਦੇਖੋ ਗਾਹਕ ਦੀ ਜੇਬ 'ਚ ਪੈਸਾ ਹੀ ਹੈ ਨਹੀਂ। ਪੈਸਾ ਨਹੀਂ ਤਾਂ ਬਾਜ਼ਾਰ 'ਚ ਕੀ ਕਰਨਾ ਹੋਊਗਾ? ਉਹ ਮਤਲਬ ਕਿ ਇੰਨਾ ਗਾਹਕ ਪਿਸ ਚੁੱਕਾ ਮਹਿੰਗਾਈ ਦੇ ਵਿੱਚ, ਉਹਨੂੰ ਵਿਚਾਰਿਆਂ ਨੂੰ ਦੀਵਾਲੀ ਦਾ ਯਾਦ ਹੀ ਨਹੀਂ ਕਿਸੇ ਨੂੰ। ਹੁਣ ਤਾਂ ਆਪਣੀ ਰੋਟੀ ਪਾਣੀ ਵੱਲੋਂ ਫਿਰ 200 ਰੁਪਏ ਤੇਲ ਦੀ ਬੋਤਲ ਹੋਈ ਪਈ ਆ, 160-70 ਰੁਪਏ ਰਿਫਾਈਂਡ ਦਾ ਤੇਲ ਹੋਇਆ ਪਿਆ, 45 ਰੁਪਏ ਕਿਲੋ ਖੰਡ ਹੋ ਗਈ ਆ।
ਕੀ ਕਰੂਗਾ ਵਿਚਾਰਾ ਗਰੀਬ। ਜੇਕਰ ਆਪਾਂ ਗੱਲ ਕਰੀਏ 2 ਸਾਲ ਪਹਿਲਾਂ ਜੇ ਰਿਫਾਈਨਡ ਦਾ ਜਾਂ ਸਰੋਂ ਦੇ ਤੇਲ ਦਾ ਕੀ ਰੇਟ ਸੀ ਤੇ ਅੱਜ ਦਾ ਕੀ ਰੇਟ ਹੈ? 100 ਰੁਪਏ ਵਾਲੀ ਬੋਤਲ 200 ਰੁਪਏ ਦੀ ਹੋ ਗਈ। 2 ਸਾਲ ਪਹਿਲਾਂ 100 ਰੁਪਏ ਬੋਤਲ ਸੀ, ਅੱਜ 200 ਰੁਪਏ ਬੋਤਲ ਹੈ। ਹੁਣ ਅਸੀਂ ਪਹੁੰਚ ਚੁੱਕੇ ਹਾਂ ਮਠਿਆਈ ਦੀ ਦੁਕਾਨ ਤੇ ਗੱਲ ਕਰਾਂਗੇ ਦੁਕਾਨਦਾਰਾਂ ਨਾਲ ਵੀ ਤੇ ਗਾਹਕ ਨਾਲ ਵੀ ਕਿਸ ਤਰ੍ਹਾਂ ਦਾ ਇਸ ਤਰੀਕੇ ਦੇ ਦੀਵਾਲੀ ਦਾ ਜਿਹੜਾ ਤਿਉਹਾਰ ਮਨਾ ਰਹੇ ਨੇ, ਕਿਉਂਕਿ ਪਿਛਲਾ ਸਾਲ ਆ ਜਿਹੜਾ ਕਰੋਨਾ ਦੀ ਮਾਰ ਦੇ ਵਿੱਚ ਚਲਾ ਗਿਆ ਤੇ ਐਤਕੀ ਵਾਲਾ ਤਿਉਹਾਰ ਹੈ ਲੱਗਦਾ ਹੈ ਮਹਿੰਗਾਈ ਦੀ ਮਾਰ ਦੇ ਵਿੱਚ ਚਲਾ ਜਾਵੇਗਾ। ਸਾਡੇ ਨਾਲ ਕੁਝ ਇਸ ਵਕਤ ਗਾਹਕ ਖੜੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਬਾਈ ਜੀ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਮਨੀਸ਼ ਕੁਮਾਰ ਹੈ। ਮਨੀਸ਼ ਜੀ ਜੇਕਰ ਗੱਲ ਕਰੀਏ ਆਪਾਂ ਪਿਛਲੇ ਸਾਲ ਦੀ ਦੀਵਾਲੀ ਦੀ, ਤਾਂ ਪਿਛਲੇ ਦੀਵਾਲੀ ਤਾਂ ਕਰੋਨਾ ਦੀ ਮਾਰ ਹੇਠ ਦੱਬ ਗਈ ਤੇ ਐਤਕੀ ਲੱਗਦਾ ਹੈ ਕਿ ਮਹਿੰਗਾਈ ਦੀ ਜਿਹੜੀ ਮਾਰ ਹੈ ਲੋਕਾਂ ਤੇ ਪਵੇਗੀ। ਦੇਖੋ ਜੀ ਐਤਕੀ ਜਿਹੜੀ ਮਹਿੰਗਾਈ ਦੀ ਮਾਰ ਹੈ ਉਹ ਪਿਛਲੀ ਕਰੋਨਾ ਦੀ ਮਾਰ ਤੋਂ ਵੀ ਜ਼ਿਆਦਾ ਮਾਰ ਪਊਗੀ। ਮਹਿੰਗਾਈ ਨੇ ਤਾਂ ਲੋਕਾਂ ਦਾ ਲੱਕ ਤੋੜਤਾ। ਹਰੇਕ ਚੀਜ਼ ਹੈ, ਕੋਈ ਵੀ ਤੁਸੀਂ ਆਈਟਮ ਲੈ ਲਓ, ਚਾਹੇ ਉਹ ਮਠਿਆਈ ਲੈ ਲਓ, ਚਾਹੇ ਉਹ ਸਬਜ਼ੀ ਲੈ ਲਓ, ਚਾਹੇ ਉਹ ਤੁਸੀਂ ਘਿਓ ਤੇਲ ਕੁਛ ਲੈ ਲਓ, ਉਹ ਆਲਮੋਸਟ ਸਾਰਿਆਂ ਦੇ ਰੇਟ ਡਬਲ ਤੋਂ ਜ਼ਿਆਦਾ ਹੋਏ ਪਏ ਆ। ਉਹਦੇ ਦੇਖੋ ਖਰੀਦਦਾਰ ਨੂੰ ਤਾਂ ਕਸਟਮਰ ਨੂੰ ਤਾਂ ਉਹਦੇ 'ਚ ਦਿੱਕਤ ਹੈਗੀ, ਦੁਕਾਨਦਾਰ ਨੂੰ ਉਦੋਂ ਜ਼ਿਆਦਾ ਦਿੱਕਤ ਹੈ। ਕਿੱਥੇ ਉਹਦੀ ਲਾਗਤ ਪਹਿਲਾਂ ਘੱਟ ਹੁੰਦੀ ਸੀ, ਅੱਜ ਉਹ 2 ਗੁਣਾ 3 ਗੁਣਾ ਲਾਗਤ ਹੋਈ ਪਈ ਹੈ। ਕਸਟਮਰ ਨੂੰ ਉਹ ਇਹ ਤਸੀਹੇ ਦਿੰਦਾ ਵੀ ਥੱਕ ਜਾਂਦਾ ਵਿਚਾਰਾ ਵੀ ਨਹੀਂ ਜੀ ਪਿੱਛੋਂ ਰੇਟ ਵਧੇ ਆ ਅਸੀਂ ਵਧਾਏ ਆ। ਹੁਣ ਮੈਂ ਵੀ ਦੁਕਾਨਦਾਰ ਹਾਂ, ਮੈਂ ਕਈ ਵਾਰ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਵੀ ਅਸੀਂ ਸੌਦਾ ਵੇਚ ਦਈਦਾ, ਪਰ ਜਦੋਂ ਅਸੀਂ ਖਰੀਦ ਕਰੀਦੀ ਆ ਉਦੋਂ ਮਹਿੰਗੀ ਸਾਨੂੰ ਕਰਨੀ ਪੈਂਦੀ ਆ ਵੇਚਣ ਤੋਂ। ਤੇ ਮਹਿੰਗਾਈ ਦੀ ਮਾਰ ਤਾਂ ਦੇਖੋ ਦੀਵਾਲੀ ਤੇ ਜ਼ਰੂਰ ਪਏਗੀ, ਇਹ ਕਰੋਨਾ ਨਾਲੋਂ ਜ਼ਿਆਦਾ ਮਾਰ ਹੈ। ਬਿਲਕੁਲ ਜੀ, ਸਾਡੇ ਨਾਲ ਕੁਝ ਹੋਰ ਵੀ ਹੈਗੇ ਆ ਗਾਹਕ ਆਏ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਚਾਹੁੰਦੇ ਨੇ। ਬਾਈ ਜੀ ਕੀ ਨਾਮ ਹੈ ਜੀ ਤੁਹਾਡਾ? ਸਰ ਕੀ ਕਹਿਣਾ ਚਾਹੋਗੇ ਜਿਹੜੀ ਮਹਿੰਗਾਈ ਨੂੰ ਲੈ ਕੇ, ਤੁਸੀਂ ਜਿਹੜੇ ਤਿਉਹਾਰ ਜਿਹੜੇ ਫਿੱਕੇ ਜਾਂਦੇ? ਮਹਿੰਗਾਈ ਤਾਂ ਜੀ ਸਾਰਿਆਂ ਦਾ ਲੱਕ ਤੋੜ ਚੁੱਕੀ ਹੈ ਇਸ ਵੇਲੇ। ਜੇ ਗੱਲ ਕਰੀਏ ਕੋਈ ਵੀ ਚੀਜ਼ ਤੁਸੀਂ ਹੱਥ ਲਾ ਲਓ ਉਹ ਮਹਿੰਗੀ ਹੈ। ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਪਰਿਵਾਰ ਦੇ ਨਾਲ ਜਾ ਕੇ ਕੋਈ ਪਰਚੇਜ਼ਿੰਗ ਕਰ ਲਈਏ। ਹੁਣ ਤਾਂ ਇਹ ਸੋਚਣਾ ਪੈਂਦਾ ਵੀ ਅੱਜ ਜਿਹੜਾ ਹੈਗਾ ਇੱਕ ਪੈਂਟ ਲੈ ਲਈਏ, ਅਗਲੇ ਦਿਨ ਸੋਚਣਾ ਪੈਂਦਾ ਯਾਰ ਅੱਜ ਇੱਕ ਸ਼ਰਟ ਲੈ ਲਈਏ। ਮਤਲਬ ਵੀ ਉਹ ਗੱਲਾਂ ਖਤਮ ਹੋ ਗਈਆਂ ਵੀ ਜਾਓ ਪਰਿਵਾਰ ਜਾਓ ਤੇ ਪੂਰੀ ਬਣ ਕੇ ਭਰ ਲਿਆਓ। ਮਹਿੰਗਾਈ ਤਾਂ ਸਿਰ ਤੋੜੀ ਜਾਂਦੀ ਹੈ। ਜਿਹੜੀ ਚੀਜ਼ ਪਿਛਲੇ ਵਾਰੀ ਅਸੀਂ 150 ਦੀ ਲੈਂਦੇ ਸੀਗੇ ਉਹ ਹੁਣ 300 ਦੀ ਹੈ, ਡਬਲ ਹੋ ਚੁੱਕਿਆ। ਕਿਹੜੀ ਚੀਜ਼ ਦੀ ਆਪਾਂ ਗੱਲ ਕਰਾਂਗੇ? ਹਰ ਪਾਸੋਂ ਮਹਿੰਗਾਈ ਵਧੀ ਤੁਰੀ ਜਾ ਰਹੀ ਹੈ। ਕੋਈ ਚੀਜ਼ ਤਾਂ ਦੱਸ ਦਿਓ ਵੀ ਆਹ ਚੀਜ਼ ਸਸਤੀ ਹੈਗੀ। ਤਿਉਹਾਰ ਆ ਜਿਹੜਾ ਉਹ ਮਨਾਉਣਾ ਤਾਂ ਚਾਹੁੰਦੇ ਨੇ, ਪਰ ਮਹਿੰਗਾਈ ਦੀ ਜਿਹੜੀ ਇੰਨੀ ਮਾਰ ਹੈ ਉਸ ਕਰਕੇ ਕਿਤੇ ਨਾ ਕਿਤੇ ਮਹਿੰਗਾਈ ਦੀ ਮਾਰ ਕਰਕੇ ਜਿਹੜਾ ਆਮ ਇਨਸਾਨ ਆ ਉਹ ਦਬਦਾ ਜਾ ਰਿਹਾ ਨਾ। ਗੱਲ ਕਰਾਂਗੇ ਅੰਦਰ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੁੰਦਾ ਹੈ, ਕਿੰਨੇ ਗਾਹਕ ਉਹਨਾਂ ਕੋਲੇ ਆ ਰਹੇ ਨੇ ਕਿ ਕਿੰਨੀ ਸੇਲ ਹੋ ਰਹੀ ਹੈ, ਕਿਉਂਕਿ ਪਿਛਲੇ ਸਾਲ ਕਰੋਨਾ ਦੀ ਮਾਰ ਤੇ ਐਤਕੀ ਮਹਿੰਗਾਈ ਦੀ ਮਾਰ। ਚੱਲਦੇ ਹਾਂ ਅੰਦਰ ਦੁਕਾਨਦਾਰ ਨਾਲ ਗੱਲ ਕਰਦੇ ਹਾਂ ਉਹਨਾਂ ਨਾਲ। ਇਸ ਵਕਤ ਪਹੁੰਚ ਚੁੱਕੇ ਹਾਂ ਅਸੀਂ ਬਿਗ ਬੈਨ 'ਚ, ਮੋਗਾ ਦੇ ਸਭ ਤੋਂ ਮਸ਼ਹੂਰ ਦੁਕਾਨ ਹੈ ਬਿਗ ਬੈਨ। ਉਹਨਾਂ ਦੇ ਜੋ ਓਨਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਉਹ ਮਹਿੰਗਾਈ ਨੂੰ ਲੈ ਕੇ। ਸਰ ਮਹਿੰਗਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ, ਜੋ ਕਿ ਪਿਛਲੇ ਸਾਲ ਕਰੋਨਾ ਦੀ ਮਾਰ ਐਤਕੀ ਮਹਿੰਗਾਈ ਦੀ ਮਾਰ ਪੈਂਦੀ ਲੱਗ ਰਹੀ ਹੈ ਲੋਕਾਂ ਤੇ? ਦੇਖੋ ਇਸ ਤਰ੍ਹਾਂ ਲਾਸਟ ਈਅਰ 2020 ਤੱਕ ਕਰੋਨਾ ਵਿੱਚ ਨਿਕਲ ਗਿਆ। 2021 ਦੇ ਸਟਾਰਟਿੰਗ ਦੇ ਵਿੱਚ ਵੀ ਮਾਰਚ ਅਪ੍ਰੈਲ ਤੋਂ ਬਾਅਦ ਕਰੋਨਾ ਸ਼ੁਰੂ ਹੋ ਗਿਆ ਸੀ ਤੇ ਕਾਫੀ ਜ਼ਿਆਦਾ ਲੋਕਾਂ ਨੂੰ ਸਫਰ ਕਰਨਾ ਪਿਆ। ਕਾਰੋਬਾਰ ਵੀ ਬਹੁਤ ਘਟੇ ਤੇ ਲੋਕਾਂ ਦੇ ਨੌਕਰੀਆਂ ਵੀ ਬਹੁਤ ਚਲੀ ਗਈਆਂ। ਉਸ ਤੋਂ ਬਾਅਦ ਜਿਹੜਾ ਡੀਜ਼ਲ ਤੇ ਪੈਟਰੋਲ ਬਹੁਤ ਜ਼ਿਆਦਾ ਰੇਟ ਵੱਧ ਚੁੱਕਿਆ। ਮੇਰਾ ਖਿਆਲ 100 ਰੁਪਏ ਦੇ ਕਰੀਬ ਡੀਜ਼ਲ ਤੇ 107-8 ਰੁਪਏ ਦੇ ਕਰੀਬ ਪੈਟਰੋਲ ਪਹੁੰਚ ਚੁੱਕਾ। ਉਹ ਨੈਚੁਰਲੀ ਲੋਕਾਂ ਦੇ ਮਾਰ ਪੈਣੀ ਹੈ। ਟਰਾਂਸਪੋਰਟੇਸ਼ਨ ਮਹਿੰਗੀ ਹੋ ਗਈ, ਸਾਡੇ ਕਾਰੋਬਾਰ ਦੇ ਵਿੱਚ ਇਫੈਕਟ ਪਿਆ ਵਾ ਡੀਜ਼ਲ ਦੇ ਨਾਲ, ਕਿਉਂਕਿ ਸਾਡੇ ਵੀ ਇੱਕ ਬਾਈ ਪ੍ਰੋਡਕਟ ਹੈ ਡੀਜ਼ਲ ਲੱਗਦਾ ਵਾ ਕਾਫੀ ਜਗ੍ਹਾ ਤੇ, ਸਾਡੇ ਬਹੁਤ ਪ੍ਰੋਡਕਟ ਪਿਆ ਵਾ। ਉਹ ਇਹ ਤਾਂ ਸੱਚਾਈ ਹੈ ਕਿ ਮਹਿੰਗਾਈ ਦੀ ਕਾਫੀ ਮਾਰ ਇਸ ਵੇਲੇ। ਜੇਕਰ ਗੱਲ ਕਰੀਏ ਪਿਛਲੇ ਸੀਜ਼ਨ ਦੀ ਜਾਂ ਪਿਛਲੇ 2 ਸਾਲ ਪਿੱਛੇ ਚਲੇ ਜਾਂਦੇ ਆ ਤੇ ਪਿਛਲੇ 2 ਸਾਲਾਂ ਤੇ ਹੁਣ ਦੇ ਵਿੱਚ ਕੋਈ ਗਾਹਕਾਂ ਦੇ ਵਿੱਚ ਕਿੰਨੀ ਕੁ ਲੋਕੀ ਜਿਵੇਂ ਕਹਿ ਸਕਦੇ ਆ ਪਿਛਲੇ ਵਾਰ 5 ਡੱਬੇ ਲੈ ਕੇ ਜਾਂਦੇ ਸੀ ਤੇ ਐਤਕੀ ਵੀ ਸੇਲਸ ਘਟੀ ਹੈ? ਦੇਖੋ ਪੇਇੰਗ ਕਪੈਸਿਟੀ ਲੋਕਾਂ ਦੀ ਬਹੁਤ ਘੱਟ ਚੁੱਕੀ ਹੈ। ਜਿਸ ਤਰ੍ਹਾਂ ਕਿ ਪਹਿਲਾਂ ਲੋਕਾਂ ਦੇ ਵਿਆਹ ਸ਼ਾਦੀਆਂ ਬਹੁਤ ਵੱਡੀਆਂ ਹੁੰਦੀਆਂ ਸੀਗੀਆਂ, 2-2, 3-3, 4-400, 500, 1000 ਦੀ ਗੈਦਰਿੰਗ ਹੁੰਦੀ, ਤਾਂ ਗੈਦਰਿੰਗ ਬਹੁਤ ਘੱਟ ਗਈ ਹੈ। ਜਿਹਨੇ 100 ਡੱਬਾ ਲੈਣਾ ਅਗਲਾ ਕਹਿੰਦਾ 11 ਨਾਲ 21 ਨਾਲ ਹੀ ਚਲਾ ਲਾ, ਜਿਹਨੇ 21 ਲੈਣੇ ਉਹ ਕਹਿੰਦਾ 5 ਨਾਲ ਚਲਾ ਲਾ। ਇਸ ਚੀਜ਼ ਦਾ ਫਰਕ ਹੈ ਹੀ ਹੈ, ਲੋਕਾਂ ਦੇ ਵਿੱਚ ਮਾਈਂਡ ਦੇ ਵਿੱਚ ਫਰਕ ਹੈਗਾ। ਗੈਦਰਿੰਗ ਘੱਟ ਗਈ ਇਸ ਚੀਜ਼ ਨਾਲ। ਸਭ ਚੀਜ਼ ਸਾਡਾ ਮਿਠਾਈ ਨਹੀਂ, ਲੋਕਾਂ ਦੀ ਦੂਸਰਾ ਕੱਪੜੇ ਦਾ ਕੰਮ ਆ, ਸ਼ੂਜ਼ ਦਾ ਕੰਮ, ਹਰ ਇੱਕ ਕੰਮ ਤੇ ਫਰਕ ਪਿਆ। ਇਹ ਠੀਕ ਹੈ ਬਿਲਕੁਲ ਤੁਹਾਡੀ ਗੱਲ। ਬਿਲਕੁਲ ਜੀ, ਦੁਕਾਨਦਾਰਾਂ ਤੇ ਗਾਹਕਾਂ ਦਾ ਇਹੀ ਕਹਿਣਾ ਹੈ ਕਿ ਮਹਿੰਗਾਈ ਦੀ ਜਿਹੜੀ ਮਾਰ ਹੈ ਉਸ ਕਿਤੇ ਨਾ ਕਿਤੇ ਇਸ ਦਾ ਅਸਰ ਦੀਵਾਲੀ ਤੇ ਤਿਉਹਾਰਾਂ ਤੇ ਪੈਣਾ ਨੈਚੁਰਲ ਹੈ ਤੇ ਪੈਂਦਾ ਰਹੇਗਾ। ਇਸ ਕਰਕੇ ਲੋਕਾਂ ਕੋਲ ਪੈਸਾ ਵੀ ਹੈ ਨਹੀਂਗਾ ਅਤੇ ਪੈਸੇ ਦੇ ਨਾਲ ਹੀ ਦੀਵਾਲੀ ਜਿਹੜਾ ਤਿਉਹਾਰ ਹੈਗਾ ਮਨਾਇਆ ਜਾ ਸਕਦਾ ਹੈ। ਜਸ ਵਰਮਾ, ਫਾਸਟਵੇ ਨਿਊਜ਼।
ਮੋਗਾ। ਲਗਾਤਾਰ ਵੱਧਦੀ ਮਹਿੰਗਾਈ ਤੋਂ ਜਿੱਥੇ ਦੁਕਾਨਦਾਰ ਮਾੜੇ ਹਾਲਾਤਾਂ ਤੋਂ ਗੁਜ਼ਰ ਰਹੇ ਨੇ, ਉੱਥੇ ਸੂਬੇ ਭਰ ਦੇ ਵਿੱਚ ਆਮ ਲੋਕਾਂ ਦੇ ਵਿੱਚ ਵੀ ਮਹਿੰਗਾਈ ਦੇ ਕਾਰਨ ਹਾਹਾਕਾਰ ਮਚਿਆ ਹੋਇਆ ਹੈ। ਰੋਜ਼ਾਨਾ ਵੱਧਦੀਆਂ ਤੇਲ ਕੀਮਤਾਂ, ਮਹਿੰਗਾ ਰਾਸ਼ਨ ਤੇ ਮਹਿੰਗੀਆਂ ਸਬਜ਼ੀਆਂ ਦੇ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਤਿਉਹਾਰਾਂ ਨੂੰ ਲੈ ਕੇ ਰੌਣਕਾਂ ਘਟ ਗਈਆਂ ਨੇ। ਮਹਿੰਗਾਈ ਦੀ ਮਾਰ ਨੇ ਲੋਕਾਂ ਦੇ ਕਾਰੋਬਾਰ ਤੇ ਇੰਨਾ ਮਾੜਾ ਅਸਰ ਪਾਇਆ ਕਿ ਪਹਿਲਾਂ ਵਾਂਗ ਨਾ ਤਾਂ ਬਾਜ਼ਾਰਾਂ ਦੇ ਵਿੱਚ ਤਿਉਹਾਰਾਂ ਦੀਆਂ ਰੌਣਕਾਂ ਰਹੀਆਂ ਨੇ ਤੇ ਨਾ ਹੀ ਲੋਕਾਂ ਕੋਲ ਇੰਨਾ ਕੁ ਪੈਸਾ ਹੈ ਕਿ ਉਹ ਬਾਜ਼ਾਰਾਂ ਦੇ ਵਿੱਚ ਜਾ ਕੇ ਖਰੀਦਦਾਰੀਆਂ ਕਰ ਸਕਣ। ਕਰੋਨਾ ਦੀ ਮਾਰ ਤੇ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਲੋਕਾਂ ਲਈ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਨੇ ਕਿ ਹੁਣ ਆਮ ਲੋਕਾਂ ਲਈ ਤਿਉਹਾਰ ਤਾਂ ਇੱਕ ਨਾਮ ਦੇ ਹੀ ਰਹਿ ਗਏ ਨੇ। ਲਗਾਤਾਰ ਪੈਟਰੋਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ ਤੇ ਕੇਂਦਰ ਸਰਕਾਰ ਇਨ੍ਹਾਂ ਵੱਧਦੀਆਂ ਕੀਮਤਾਂ ਤੇ ਲਗਾਮ ਕੱਸਣ ਦੇ ਵਿੱਚ ਨਾਕਾਮ ਸਾਬਤ ਹੋਈ ਹੈ। ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਦਾ ਖੁਸ਼ੀਆਂ ਮਨਾਉਣਾ ਮੁਸ਼ਕਿਲ ਹੋ ਗਿਆ, ਜਿਸ ਦੇ ਵੱਲ ਸਰਕਾਰਾਂ ਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। 2 ਸਾਲ ਕੋਵਿਡ-19 ਦੀ ਬਿਮਾਰੀ ਲਗਾਤਾਰ ਚੱਲੀ, ਪੈਰ ਉਸਨੇ ਫਸਾਰੇ ਆਪਣੇ ਹਰ ਸ਼ਹਿਰ 'ਚ, ਹਰ ਸੂਬੇ 'ਚ, ਪੂਰੇ ਦੇਸ਼ ਨੂੰ ਗ੍ਰਸਤ ਕੀਤਾ ਕਰੋਨਾ ਦੀ ਬਿਮਾਰੀ ਨੇ। ਉਸ ਦੇ ਨਾਲ ਹੀ ਜਦੋਂ 2 ਸਾਲ ਬੀਤ ਜਾਣ ਤੋਂ ਬਾਅਦ ਵੀ ਬਾਜ਼ਾਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਏ, ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ, ਪਰ ਤਿਉਹਾਰਾਂ ਦੇ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਵੀ ਬਾਜ਼ਾਰਾਂ ਦੇ ਵਿੱਚ ਅਜਿਹੀ ਰੌਣਕ ਦੇਖਣ ਨੂੰ ਨਹੀਂ ਮਿਲੀ। ਅੱਜ ਅਸੀਂ ਪਹੁੰਚੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਦੇ ਮੇਨ ਬਾਜ਼ਾਰਾਂ ਦੇ ਵਿੱਚ। ਉਹ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਆ, ਗ੍ਰਾਹਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਰੋਨਾ ਦੀ ਬਿਮਾਰੀ ਜਿਹੜੀ ਲਗਾਤਾਰ 2 ਸਾਲ ਚੱਲੀ ਸੀ, ਅੱਜ ਉਸ ਤੋਂ ਜੇਕਰ ਸੂਬੇ ਨੇ ਜਾਂ ਦੇਸ਼ ਨੇ ਥੋੜੀ ਨਿਆਤ ਪਾਈ ਏ, ਪਰ ਉਸ ਨਿਆਤ ਤੋਂ ਬਾਅਦ ਕੀ ਦੁਕਾਨਦਾਰੀ 'ਚ ਫਰਕ ਪਿਆ ਅਤੇ ਗਾਹਕਾਂ ਦਾ ਕਿਸ ਤਰ੍ਹਾਂ ਆਣਾ ਜਾਣਾ ਇੱਥੇ, ਕਿ ਦੁਕਾਨਦਾਰਾਂ ਕੋ ਗ੍ਰਾਹਕ ਉਸੇ ਤਰ੍ਹਾਂ ਆਉਂਦੇ ਨੇ ਜਿਸ ਤਰ੍ਹਾਂ ਪਹਿਲਾਂ ਆਉਂਦੇ ਨੇ। ਚੱਲ ਕੇ ਪਹਿਲਾਂ ਦੁਕਾਨਦਾਰ ਨਾਲ ਕਹਾ, ਪਹਿਲਾਂ ਦੁਕਾਨ ਦੀਆਂ ਤਸਵੀਰਾਂ ਦਿਖਾ ਦਾਂ। ਦੁਕਾਨ ਦੇਖ ਲਓ ਕਿੱਡੀ ਵੱਡੀ ਹੈ, ਪਰ ਗਾਹਕ ਇੱਥੇ ਕੋਈ ਵੀ ਨਹੀਂ। ਉਸ ਭਾਈ ਸਾਹਿਬ ਨੇ, ਦੁਕਾਨਦਾਰ ਨੇ ਦੱਸਿਆ ਕਿ ਗਾਹਕ ਨੂੰ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੀਕਦੇ ਰਹਿੰਦੇ ਆ ਕਿ ਗਾਹਕ ਆਏਗਾ, ਪਰ ਗਾਹਕ ਨਹੀਂ ਆਂਦਾ। ਸ਼ਾਮ ਨੂੰ ਇਸੇ ਤਰ੍ਹਾਂ ਹੀ ਘਰ ਚਲ ਜੰਨੇ ਆ ਸੋਚ ਕੇ ਕਿ ਗਾਹਕ ਆਏਗਾ, ਪਰ ਗਾਹਕ ਨਹੀਂ ਆਂਦਾ। ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਕਿਤੇ ਨਾ ਕਿਤੇ ਪਰਿਵਾਰ ਨੂੰ ਚਲਾਉਣ ਵਾਸਤੇ, ਜੇਕਰ ਗਾਹਕ ਨਹੀਂ ਆਏਗਾ ਦੁਕਾਨ ਤੇ, ਜੇਕਰ ਗਾਹਕ ਨਹੀਂ ਆਏਗਾ, ਪੈਸੇ ਨਹੀਂ ਵੱਟੇ ਜਾਣਗੇ ਤੇ ਘਰ ਦੇ ਗੁਜ਼ਾਰੇ ਕਿੱਦਾਂ ਚੱਲਣਗੇ। ਗੱਲਬਾਤ ਕਰਦੇ ਆ ਦੁਕਾਨ ਦਾ ਕਿੰਨਾ ਕੁ ਅਸਰ ਵੇਖਣ ਨੂੰ ਮਿਲਦਾ ਕੋਵਿਡ-19 ਦੀ ਬਿਮਾਰੀ ਜਿਹੜੀ 2 ਸਾਲ ਲਗਾਤਾਰ ਹੋ ਗਿਆ ਉਹਨੂੰ ਚੱਲਦਿਆਂ। सर मेरा नाम दिनेश खोसला, बटाला तो खोसला गिफ्ट हाउस मेरी दुकान है। तुसी शॉर्ट ते देख ही रहे हो कि की पोजीशन अज 6 दिन बाद दिवाली है। मतलब अगे सरकार कहती है कि किसानों ਨੂੰ मुआवजा देने की लोड़ है, मैं कहांगा कि दुकानदारों ਨੂੰ भी देने की लोड़ है। ਅਸੀਂ ਬੈਂਕਾਂ ਦੇ ਵਿੱਚੋਂ ਲੋਨ ਲੈ ਕੇ, ਲਿਮਿਟ ਲੈ ਕੇ ਇੱਕ ਆਸ ਨਾਲ ਮਾਲ ਭਰਿਆ ਦੁਕਾਨ ਦੇ ਅੰਦਰ ਕਿ 6 ਦਿਨਾਂ ਦੀ ਦੀਵਾਲੀ 'ਚ ਪੈਸੇ ਵੱਟੇ ਜਾਣਗੇ, ਪਰ ਐਤਕੀ ਨਹੀਂ ਦਿਖ ਰਿਹਾ। ਜੋ ਰੌਣਕ ਪਹਿਲਾਂ ਸੀ ਉਹ ਰੌਣਕ ਦੁਬਾਰਾ ਨਹੀਂ ਆ ਪਾ ਰਹੀ। ਪਤਾ ਨਹੀਂ ਕੀ ਹੈ, ਪਬਲਿਕ ਕੋ ਪੈਸਾ ਨਹੀਂ ਹੈ, ਕੀ ਹੈ, ਸਾਨੂੰ ਨਹੀਂ ਸਮਝ ਲੱਗ ਰਹੀ। ਦੂਸਰਾ ਕਾਰਨ ਇੱਕ ਹੈਗਾ GST ਦੇ ਨਾਲ ਸਮਾਨ ਮਹਿੰਗਾ ਬਹੁਤ ਹੋ ਗਿਆ। ਦੂਸਰਾ ਮੋਦੀ ਸਾਹਿਬ ਪਤਾ ਨਹੀਂ ਕੀ ਕਰ ਰਹੇ ਨੇ, ਹਾਂ ਤੇ ਇਹ ਨਹੀਂ ਸਮਝ ਲੱਗ ਰਹੀ। ਪੈਟਰੋਲ 110 ਰੁਪਏ ਜਾਣ ਦੇ ਨਾਲ ਸਾਡੇ ਕੋਲ, ਮੇਰਾ ਤੁਸੀਂ WhatsApp ਖੋਲ ਕੇ ਦੇਖੋ, ਨਿਤ ਦਿਨ ਇੱਕੋ ਮੈਸੇਜ ਆਉਂਦਾ ਹੈ ਕਿ ਅੱਜ ਇੰਨੇ % ਰੇਟ ਵੱਧ ਗਿਆ, ਅੱਜ ਇੰਨੇ % ਰੇਟ ਵੱਧ ਗਿਆ, ਅੱਜ ਇੰਨੇ % ਰੇਟ ਵੱਧ ਗਿਆ। ਸਰ ਕਿੱਥੋਂ ਲਿਆਵਾਂਗੇ ਪੈਸੇ? ਸਾਡੇ ਕੋਲ ਦੁਕਾਨ ਤੇ ਆਪਣੇ ਕੋਲ ਮਾਲ ਪਾਉਣ ਵਾਸਤੇ ਪੈਸੇ ਨਹੀਂ ਹੈ। ਸਾਡੀ ਨਾ ਸੈਂਟਰ ਸਰਕਾਰ ਸੋਚ ਰਹੀ ਹੈ, ਨਾ ਸਟੇਟ ਸਰਕਾਰ ਸੋਚ ਰਹੀ ਹੈ, ਦੁਕਾਨਦਾਰ ਦੀ ਕੋਈ ਨਹੀਂ ਸੋਚਦਾ। ਸਾਨੂੰ ਤੇ ਇਹ ਕਿਸੇ ਦਿਨ ਆਉਂਦਾ ਕਿ ਜਿੱਦਾਂ ਕਿਸਾਨ ਅੱਗੇ ਕਹਿੰਦੇ ਸੀ ਕਿ ਆਤਮ ਹੱਤਿਆ ਕਰਦੀ ਹੈ, ਅਗਲਾ ਟਾਈਮ ਦੁਕਾਨਦਾਰਾਂ ਦਾ ਆ ਰਿਹਾ। ਦੂਜਾ ਇਹ ਵੱਡੇ ਵੱਡੇ ਘਰਾਣਿਆਂ ਨੂੰ ਇੱਥੇ ਲੈ ਕੇ ਆ ਰਹੇ ਨੇ। ਹੁਣ ਸਾਡੇ ਬਟਾਲੇ ਦੀ ਗੱਲ ਕਰੀਏ ਤੇ ਇੱਕ ਰਿਲਾਇੰਸ ਵਾਲੇ ਬਣਾ ਰਹੇ ਨੇ, ਮੇਰੇ ਖਿਆਲ ਇੱਥੇ ਸਟੋਰ ਸੁਣਨ 'ਚ ਆਇਆ ਕਿ ਬੜਾ ਤਗੜਾ ਸਟੋਰ ਬਣ ਰਿਹਾ, ਉਸ ਤੋਂ ਬਾਅਦ ਦੁਕਾਨਾਂ ਹੋਰ ਖਤਮ ਹੋ ਜਾਣਗੀਆਂ। ਤਾਂ ਛੋਟਾ ਵਪਾਰੀ ਸਰ ਮਾਰਨ ਦੀ ਤਿਆਰੀ ਹੈ ਮੋਦੀ ਸਾਹਿਬ ਦੀ, ਆਪਣੇ ਯਾਰਾਂ ਨਾਲ ਰਲ ਕੇ, ਅੰਬਾਨੀ ਤੇ ਅਡਾਨੀ। ਇਹ ਪਤਾ ਨਹੀਂ ਹੁਣ ਕੀ ਮੁਲਕ ਦਾ ਬਣੇਗਾ। ਬਿਲਕੁਲ, ਜਿਸ ਤਰ੍ਹਾਂ ਹੁਣ ਕੋਵਿਡ-19 ਦੀ ਬਿਮਾਰੀ ਲਗਾਤਾਰ 2 ਸਾਲ ਹੋ ਗਏ ਸੀ ਉਸ ਬਿਮਾਰੀ ਦੇ ਨਾਲ ਲੜਦਿਆਂ ਪੂਰੇ ਦੇਸ਼ ਨੂੰ, ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਉਸ ਬਿਮਾਰੀ ਦਾ ਵੀ ਕੋਈ ਅਸਰ ਪਿਆ ਵਪਾਰ ਤੇ। ਬਿਲਕੁਲ ਸਰ, ਕੋਵਿਡ ਤੋਂ ਬਾਅਦ ਪਤਾ ਨਹੀਂ ਲੋਕਾਂ ਕੋਲ ਪੈਸੇ ਹੀ ਨਹੀਂ ਸਮਝ ਲੱਗਦੀ ਹਨ। ਜਦੋਂ ਦਾ ਪਹਿਲਾਂ GST ਆਈ, ਨੋਟਬੰਦੀ ਆਈ, ਬਾਅਦ 'ਚ ਕੋਵਿਡ ਆ ਗਿਆ, ਇਹ ਦੁਕਾਨਦਾਰੀ ਦੇ ਵਿੱਚ ਸਭ ਤੋਂ ਮਾੜਾ ਟਾਈਮ ਚੱਲ ਰਿਹਾ ਜੀ ਇਸ ਵੇਲੇ। ਦੇਖੋ ਤੁਸੀਂ ਮੇਰੀ ਦੁਕਾਨ ਦੇਖੋ, ਛੋਟਾ ਹਾਲ ਨਹੀਂ ਹੈ ਸਰ, 50 ਬਾਏ 50 ਦਾ ਹਾਲ ਆ। ਇੰਨੀ ਇਨਵੈਸਟਮੈਂਟ ਕੀਤੀ ਦੀ ਅਸੀਂ, ਪਰ ਇਸ ਵੇਲੇ ਸਾਡਾ ਇਹ ਹਾਲ ਹੈ ਕਿ GST ਦੀ ਰਿਟਰਨ ਵੀ ਲੇਟ ਫੀ ਨਾਲ ਤਾਰ ਰਹੇ ਕਿਉਂਕਿ ਪੈਸੇ ਨਹੀਂ ਹੈ। ਕੀ ਕਰੀਏ? ਬਿਲਕੁਲ, ਬੈਂਕ ਦਾ ਵਿਆਜ, ਬੈਂਕ ਦੀਆਂ ਲਿਮਟਾਂ। ਸਰ ਬੈਂਕ ਵਾਲੇ ਜਦੋਂ ਬੰਦ ਵੀ ਸੀਗਾ ਉਹਨਾਂ ਨੇ ਉਦੋਂ ਵੀ ਲਿਮਿਟ ਦਾ ਵਿਆਜ ਲਿਆ। ਉਹਨਾਂ ਨੇ ਬਿਜਲੀ ਦਾ ਬਿੱਲ ਬੰਦ ਤੇ ਇਹੀ ਦਿੱਤਾ। ਸਰਕਾਰਾਂ ਬਹੁਤ ਘੋਸ਼ਣਾ ਕਰਦੀਆਂ, ਸਾਡੇ ਚੰਨੀ ਸਾਹਿਬ ਨੇ ਵੀ ਕੀਤਾ 2 ਕਿਲੋਵਾਟ ਤੱਕ ਦਾ ਲੋਡ ਮਾਫ। ਸਾਡੇ 10-10 ਕਿਲੋਵਾਟ ਦੇ ਸਰ ਲੋਡ ਚੱਲ ਰਹੇ ਨੇ, 10 ਰੁਪਏ ਯੂਨਿਟ ਪੈ ਰਿਹਾ ਬਿਜਲੀ ਦਾ।
ਆ ਸਿੱਧੂ ਸਾਹਿਬ ਕਾਂਗਰਸ ਪ੍ਰਧਾਨ ਨੇ, ਉਹ ਜਦੋਂ ਸਟੇਜ ਤੇ ਖਲੋਂਦੇ ਆ 3 ਰੁਪਏ ਯੂਨਿਟ ਦਿਆਂਗੇ ਅਗਲੀ ਸਰਕਾਰ, ਉਹ ਹੁਣ ਕਿਹਦੀ ਹੈ? ਜਾਂ ਤਾਂ ਅਸਤੀਫਾ ਦੇ ਕੇ ਬਾਹਰ ਹੋ ਜਾਓ, ਅਗਲੀ ਸਰਕਾਰ ਨੂੰ ਆਉਣ ਦਿਓ। ਦੇਖੋ 3 ਦਿੰਦੀ 5 ਦਿੰਦੀ ਹੈ, ਕੋਈ ਆਂਦਾ ਵਾਅਦਾ ਕਰਦਾ 400 ਯੂਨਿਟ ਦਾ, ਕੋਈ ਕੁਝ ਦਾ, ਪਰ ਅਸੀਂ ਇਸ ਵੇਲੇ ਕੁਝ ਨਹੀਂ ਪਾ ਰਹੇ, ਅਸੀਂ ਠੱਗੇ ਮਹਿਸੂਸ ਕਰ ਰਹੇ ਹਾਂ, ਮਰਨ ਡਏ ਜੀ। ਦੇਖੋ ਜੀ, ਕਿਤੇ ਨਾ ਕਿਤੇ ਦੁਕਾਨਦਾਰ ਨਾ ਖੁਸ਼ ਤੇ ਕਿਤੇ ਖੁਸ਼ ਵੀ ਨਜ਼ਰ ਆ ਰਹੇ ਨੇ ਕਿ ਜਿਸ ਤਰ੍ਹਾਂ ਉਸ ਬਿਮਾਰੀ ਨੇ ਨਿਆਤ ਪਾਈ ਹੈ 2 ਸਾਲ ਲਗਾਤਾਰ ਕੋਵਿਡ ਤੋਂ ਬਾਅਦ, ਪਰ ਦੁਕਾਨਦਾਰਾਂ ਨੇ ਬਾਹਰ ਗ੍ਰਾਹਕ ਦਾ ਬਾਹਰ ਆਣੇ ਸ਼ੁਰੂ ਹੋਏ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੇ ਇਸ ਨੂੰ ਮਹਿੰਗਾਈ ਦੀ ਮਾਰ ਸਭ ਤੋਂ ਵੱਡੀ ਦੱਸੀ ਆ ਕਿ ਇੱਕ ਮਹਿੰਗਾਈ ਹੈ ਜਿਹੜੀ 1 ਰੁਪਏ ਦੀ ਚੀਜ਼ ਸੀ ਉਹ ਅੱਜ 2 ਰੁਪਏ ਦੀ ਮਿਲਦੀ ਹੈ, ਡਬਲ ਰੇਟਾਂ ਦੇ ਮਿਲ ਰਹੀ ਹੈ ਚੀਜ਼। ਸਰਕਾਰ ਨੂੰ ਜਾਂ ਗੱਲ ਕੀਤੀ ਜਾਏ ਕੋਈ ਫਰਕ ਨਹੀਂ ਪਿਆ ਕਰੋਨਾ ਮਹਾਮਾਰੀ ਦਾ। ਕਰੋਨਾ ਮਹਾਮਾਰੀ ਦਾ ਫਰਕ ਪਿਆ ਵਾ ਦੁਕਾਨਦਾਰਾਂ ਨੂੰ ਤੇ ਗ੍ਰਾਹਕਾਂ ਨੂੰ, ਜਿਹੜੇ ਆਮ ਲੋਕ ਨੇ ਉਹਨਾਂ ਦੇ ਉੱਤੇ ਹੀ ਸਾਰਾ ਬੋਝ ਸੁੱਟ ਦਿੱਤਾ ਗਿਆ ਵਾ। ਜਿਹੜੀਆਂ ਦਾਲਾਂ ਅੱਜ ਤੋਂ ਪਹਿਲਾਂ ਜੇ ਕਰੋਨਾ ਤੋਂ ਪਹਿਲਾਂ ਜੇ ਝਾਤ ਮਾਰੀਏ 60 ਰੁਪਏ ਸੀ ਤੇ ਉਹ ਅੱਜ 100 ਰੁਪਏ ਦੀ ਮਿਲਦੀ ਪਈ ਹੈ, ਕੋਈ 120 ਰੁਪਏ ਦੀ ਕਿਲੋ ਮਿਲਦੀ ਆ। ਸਿਰਫ ਮਹਿੰਗਾਈ ਨੇ ਮਾਰ ਮਾਰੀ ਹੈ। ਪੈਟਰੋਲ ਦੀ ਗੱਲ ਕੀਤੀ ਜਾਏ, ਪੈਟਰੋਲ ਦੇ ਉੱਤੇ ਵੀ ਇਦਾਂ ਹੀ, ਪੈਟਰੋਲ ਦਾ ਵੀ ਲਗਾਤਾਰ ਰੇਟ ਵੱਧਦਾ ਜਾ ਰਿਹਾ, ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ, ਜਿਸ ਦੇ ਨਾਲ ਇੱਕ ਆਮ ਲੋਕਾਂ ਨੂੰ ਬੜਾ ਫਰਕ ਪਿਆ ਇਸ ਬਿਮਾਰੀ ਦੇ ਨਾਲ। ਕਿਉਂਕਿ ਲਗਾਤਾਰ 2 ਸਾਲ ਤੋਂ ਬਾਅਦ ਜੇਕਰ ਗ੍ਰਾਹਕ ਬਾਹਰ ਆਣੇ ਸ਼ੁਰੂ ਹੋਏ ਨੇ, ਪਰ ਉਹ ਵੀ ਨਾ ਮਾਤਰ ਨੇ, ਕਿਉਂਕਿ ਜੇਕਰ ਕਿਸੇ ਕੋਲ ਪੈਸਾ ਹੋਏਗਾ ਤੇ ਉਹ ਬਾਜ਼ਾਰ 'ਚ ਆ ਕੇ ਖਰਚੇਗਾ, ਜੇਕਰ ਕਿਸੇ ਕੋਲ ਪੈਸਾ ਹੀ ਨਹੀਂ ਹੋਏਗਾ ਤੇ ਉਹ ਆਪਣੀਆਂ ਵਧੀਆ ਵਧੀਆ ਚੀਜ਼ਾਂ ਕਿੱਦਾਂ ਖਰੀਦ ਸਕਦਾ। ਸੋ ਕੈਮਰਾ ਪਰਸਨ ਜਸਵਿੰਦਰ ਬੇਦੀ ਨਾਲ ਜਿਤੇਂਦਰ ਕੋਲ ਨੇ ਫਾਸਟ ਵੇ ਨਿਊਜ਼ ਗੁਰਦਾਸਪੁਰ। ਕਰੋਨਾ ਨੇ ਲੋਕਾਂ ਨੂੰ ਅਜਿਹੇ ਹਾਲਾਤ ਦਿਖਾਏ ਨੇ ਕਿ ਇਸ ਮਹਾਮਾਰੀ ਦੇ ਨਾਲ ਜਿਹੜੇ ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾਈ ਹੈ, ਉਹਨਾਂ ਲੋਕਾਂ ਦੀ ਕਮੀ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ। ਪਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਮਹਿੰਗਾਈ ਤੇ ਕੰਟਰੋਲ ਕਰਨ, ਤਾਂ ਜੋ ਸਾਡੇ ਤਿਉਹਾਰਾਂ ਦੀਆਂ ਰੌਣਕਾਂ ਦੇ ਵਿੱਚ ਮਹਿੰਗਾਈ ਕਾਰਨ ਆਈਆਂ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ। ਪਰ ਫਿਰ ਵੀ ਸਾਡੇ ਤਿਉਹਾਰ, ਸਾਡਾ ਸੱਭਿਆਚਾਰ ਸਾਨੂੰ ਇਹੀ ਸਿਖਾਉਂਦਾ ਹੈ ਕਿ ਖੁਸ਼ੀਆਂ ਵੰਡਣ ਦੇ ਨਾਲ ਹੀ ਖੁਸ਼ੀਆਂ ਘਰ ਵਿੱਚ ਆਉਂਦੀਆਂ ਨੇ। ਇਸੇ ਲਈ ਮਹਿੰਗਾਈ ਨੇ ਬੇਸ਼ੱਕ ਲੋਕਾਂ ਦੇ ਵਿੱਚ ਤਿਉਹਾਰਾਂ ਦਾ ਉਤਸ਼ਾਹ ਘੱਟ ਕਰ ਦਿੱਤਾ ਹੋਵੇ, ਪਰ ਫਿਰ ਵੀ ਸਾਨੂੰ ਦੀਵਾਲੀ ਦੇ ਤਿਉਹਾਰ ਨੂੰ ਇੱਕ ਦੂਜੇ ਨਾਲ ਖੁਸ਼ੀਆਂ ਵੰਡ ਕੇ ਮਨਾਉਣਾ ਚਾਹੀਦਾ ਹੈ, ਕਿਉਂਕਿ ਇਹਨਾਂ ਖੁਸ਼ੀਆਂ ਦਾ ਕੋਈ ਵੀ ਮੁੱਲ ਨਹੀਂ ਹੁੰਦਾ। ਗੁਰਦਾਸਪੁਰ ਤੋਂ ਜਤਿੰਦਰ ਕੌਂਡਲ ਤੇ ਮੋਗਾ ਤੋਂ ਜਸ ਵਰਮਾ ਦੇ ਨਾਲ ਵਿਸ਼ਾਖਾ ਸ਼ਰਮਾ, ਬਿਊਰੋ ਰਿਪੋਰਟ, ਫਾਸਟ ਵੇ ਨਿਊਜ਼।